ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦਸੈ ਤਿਨ ਜਾਓ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪਿਛੈ ਲਾਗ ਫਿਰਾਉ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪਿਛੈ ਲਾਗ ਫਿਰਾਉ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੈ ਕਾ ਚਾਓ। ਮੇਰੇ ਭਾਈ ਜਨਾ, ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹਉ ਸਤਿਗੁਰ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਰਹਾਉ ਹੋਏ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰੂ ਮਾਣ ਹੈ, ਗੁਰ ਸਤਿਗੁਰ ਕਰੇ ਸ਼ਾਬਾਸ਼। ਹਉ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰੂ ਮਾਣ ਹੈ, ਗੁਰ ਸਤਿਗੁਰ ਕਰੇ ਸ਼ਾਬਾਸ਼। ਹਉ ਗੁਰ ਸਾਲਾਹੇ ਨਾ ਰਜੂ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੋ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਜੋ ਹਰ ਪ੍ਰਭ ਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਏ। ਆਪੇ ਸਤਿਗੁਰੂ ਆਪ ਹਰ, ਆਪੇ ਮੇਲ ਮਿਲਾਏ। ਆਪ ਦਇਆ ਕਰ ਮੇਲਸੀ, ਗੁਰ ਸਤਿਗੁਰ ਪੀਛੈ ਪਾਏ। ਸਭ ਜਗ ਜੀਵਨ ਜਗ ਆਪ ਹੈ, ਸਭ ਜਗ ਜੀਵਨ ਜਗ ਆਪ ਹੈ। ਨਾਨਕ ਜਲ ਜਲੈ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ। ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪੂਰਨ ਬਖਸ਼ਿਸ਼ ਰਹਿਮਤ ਤੇ ਕਿਰਪਾ ਦੇ ਸਦਕਾ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਰੋਜ਼ਾਨਾ ਲੜੀਵਾਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਪ੍ਰਾਰੰਭ ਕੀਤੀ ਗਈ ਹੈ, ਜਿਸ ਵਿੱਚ ਹੁਣ ਤੱਕ ਲੜੀਵਾਰ ਕਥਾ ਦੇ ਵਿੱਚੋਂ ਸ਼੍ਰੀ ਰਾਗ ਦੇ ਵਿੱਚੋਂ 67 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਇਹ ਸ਼੍ਰੀ ਰਾਗ ਦਾ 68 ਨੰਬਰ ਸ਼ਬਦ ਆ ਤੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਰਸਨਾ ਤੋਂ ਉਚਾਰਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਚੌਥਾ ਸ਼ਬਦ ਆ। ਅੱਜ ਦੇ ਪਾਵਨ ਸ਼ਬਦ ਦੇ ਵਿੱਚ 4 ਬੰਦ ਨੇ ਕੁੱਲ ਸ਼ਬਦ ਦੇ ਤੇ 1 ਬੰਦ ਰਹਾਉ ਦਾ ਹੈ। ਰਹਾਉ ਦੇ ਬੰਦ ਵਿੱਚ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੀ ਨਿਮਰਤਾ ਤੇ ਨਿਮਾਣੇ ਹੋ ਕੇ ਪ੍ਰੀਤਮ ਪਰਮਾਤਮਾ ਦੇ ਅੱਗੇ ਅਰਦਾਸ ਮਿੰਨਤ ਜੋਦੜੀ ਕਰਨ ਦਾ ਸਾਨੂੰ ਤਰੀਕਾ ਸਮਝਾਇਆ ਹੈ। ਜਦ ਤੱਕ ਸਾਨੂੰ ਅਰਦਾਸ ਨਹੀਂ ਨਾ ਕਰਨੀ ਆਉਂਦੀ, ਅਸੀਂ ਪ੍ਰੇਮ ਪਰਮਾਤਮਾ ਦੀ ਬਾਤ ਕਥਾ ਸਮਝ ਨਹੀਂ ਸਕਦੇ। ਹੁਣ ਅਰਦਾਸ ਨਿਕਲਦੀ ਕਦੋਂ ਆ? ਕਦੋਂ ਮਨੁੱਖ ਦੇ ਜੀਵਨ ਦੇ ਵਿੱਚ ਅਰਦਾਸ ਦਾ ਉਸ ਨੂੰ ਮਹੱਤਵ ਪਤਾ ਲੱਗਦਾ ਹੈ। ਅਰਦਾਸ ਦਾ ਇੱਕ ਉਹ ਸਮਾਂ ਹੈ ਜਦੋਂ ਮਨੁੱਖ ਨੂੰ ਇੰਝ ਲੱਗਦਾ ਹੈ ਕਿ ਹੁਣ ਕੋਈ ਆਸਰਾ, ਕੋਈ ਥਾਂ, ਕੋਈ ਟਿਕਾਣਾ ਮੇਰੀ ਮਦਦ ਵਿੱਚ ਨਹੀਂ ਆ ਸਕਦਾ। ਫਿਰ ਮਨੁੱਖ ਦੇ ਅੰਦਰ ਐਸੇ ਸ਼ਬਦਾਂ ਦਾ ਜਨਮ ਹੁੰਦਾ ਹੈ ਜਿਸ ਸ਼ਬਦ ਵਿੱਚ ਉਹ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਸਾਬਤ ਕਰਦਾ ਹੈ ਤੇ ਸੰਪੂਰਨ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਉੱਪਰ ਟੇਕ ਧਰ ਲੈਂਦਾ ਹੈ। ਉਹਨੂੰ ਕਹਿੰਦੇ ਨੇ ਪ੍ਰੇਅਰ, ਉਹਨੂੰ ਕਹਿੰਦੇ ਨੇ ਅਰਦਾਸ। ਜਦੋਂ ਆਪਣੇ ਵਿੱਚੋਂ ਅਹੰਗ ਖਤਮ ਹੋ ਜਾਵੇ, ਜਦ ਤੱਕ ਮਨੁੱਖ ਦੇ ਜੀਵਨ ਦੇ ਵਿੱਚ ਇਹ ਖਿਆਲ ਆ ਨਾ ਕਿ ਸ਼ਾਇਦ ਇੱਥੇ ਆ ਕੇ ਕੋਈ ਦੁਨਿਆਵੀ ਮੇਰੀ ਬਾਂਹ ਫੜ ਲਵੇਗਾ, ਸ਼ਾਇਦ ਇੱਥੇ ਕੋਈ ਡੇਰੇਦਾਰ, ਕੋਈ ਪਖੰਡੀ ਕੋਲ ਜਾਊਂਗਾ, ਮੇਰਾ ਘਰ ਭਰ ਦੂਗਾ ਉਹ, ਚਲੋ ਇੱਥੇ ਨਹੀਂ ਤੇ ਕਿਤੇ ਹੋਰ ਜਾ ਕੇ ਤੁਰ ਪੈਂਦੇ ਆ, ਤੇ ਤਦ ਤੱਕ ਅਰਦਾਸ ਦੀ ਮਹਾਨਤਾ ਸਮਝ ਨਹੀਂ ਆਉਣੀ, ਤਦ ਤੱਕ ਗੱਲ ਨਹੀਂ ਬਣਨੀ। ਵੇਖਣ ਨੂੰ ਅਸੀਂ ਅਰਦਾਸਾਂ ਕਰ ਰਹੇ ਹਾਂ, ਸ਼ਬਦਾਵਲੀ ਵੀ ਬੋਲ ਰਹੇ ਹਾਂ, ਪਰ ਹਿਰਦੇ ਤੋਂ ਨਹੀਂ ਹੋ ਰਹੀ। ਹਿਰਦੇ ਤੋਂ ਅਰਦਾਸ ਉਦਣ ਹੁੰਦੀ ਹੈ ਜਿੱਦਣ ਮਨੁੱਖ ਦੇ ਅੰਦਰ ਇਹ ਖਿਆਲ ਪੈਦਾ ਹੋ ਜਾਵੇ, ਹੇ ਪਾਤਸ਼ਾਹ ਜੀ ਹੁਣ ਮੈਂ ਕੁਝ ਵੀ ਨਹੀਂ ਹਾਂ, ਮੈਨੂੰ ਇਹ ਗੱਲ ਸਮਝ ਆ ਗਈ ਹੈ, ਮੈਨੂੰ ਕੁਝ ਵੀ ਨਹੀਂ ਆ, ਮੇਰੀ ਮੰਗਿਆਂ ਮੇਰੇ ਅਹੰਗ ਦੇ ਵਿੱਚੋਂ ਕੁਝ ਵੀ ਨਹੀਂ ਮਿਲਣਾ। ਉਦੋਂ ਸਮਰਪਣ ਹੈ, ਸਰੈਂਡਰ ਹੈ, ਤੇ ਸਮਰਪਣ ਦੇ ਵਿੱਚੋਂ ਅਰਦਾਸ ਹੈ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ। ਫਿਰ ਅਗਲੀ ਗੱਲ ਉੱਤੇ ਪੂਰਨ ਦ੍ਰਿੜ ਵਿਸ਼ਵਾਸ ਤੇ ਭਰੋਸਾ ਵੱਧ ਜਾਵੇ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ। ਕਿਤੇ ਆਪਣੇ ਅੰਦਰ ਇਸ ਗੱਲ ਨੂੰ ਝਾਤੀ ਮਾਰ ਕੇ ਵੇਖਿਆ ਕਰੀਏ ਆਪਾਂ ਕਿ ਇਹ ਗੱਲ ਅਸੀਂ ਜੀਭ ਤੋਂ ਕਹਿ ਰਹੇ ਹਾਂ ਕਿ ਸੱਚਮੁੱਚ ਵੀ ਸਾਡੇ ਅੰਦਰ ਇਹ ਭਾਵਨਾ ਹੈ ਗੁਰੂ ਦੇ ਪ੍ਰਥਾਏ ਕਿ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ। ਪਰ ਜੇ ਅਸੀਂ ਕੋਈ ਪਤਾ ਨਹੀਂ ਕਿੰਨੇ ਥਾਂ ਰੱਖੇ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਅਸੀਂ ਮੱਥੇ ਟੇਕ ਰਹੇ ਹਾਂ, ਕਿੱਥੇ ਕਿੱਥੇ ਜਾ ਕੇ ਨੱਕ ਰਗੜ ਰਹੇ ਹਾਂ, ਕਿੰਨੀਆਂ ਮਨੁੱਖਾਂ ਦੀਆਂ ਚਾਪਲੂਸੀਆਂ ਕਰ ਰਹੇ ਹਾਂ। ਆਮ ਕਰਕੇ ਨਾ ਸਾਡੇ, ਮੈਂ ਕਈ ਵਾਰੀ ਮੈਨੂੰ ਮਾਫ਼ ਕਰ ਦਿਓ, ਸ਼ਾਇਦ ਮੇਰਾ ਸ਼ਬਦ ਮੈਂ ਪਹਿਲਾਂ ਇਸ ਕਰਕੇ ਮਾਫ਼ੀ ਮੰਗ ਲੈਂਦਾ ਕਿਉਂਕਿ ਆਪ ਸੰਗਤ ਦਾ ਬਹੁਤ ਅਦਬ ਸਤਿਕਾਰ ਆ, ਬਹੁਤ ਸਤਿਕਾਰ ਆ, ਪਰ ਕਈ ਮੇਰੇ ਵਰਗੇ ਵਿੱਚ ਵਿਕਾਊ ਮਾਲ ਵੀ ਤੁਰੇ ਫਿਰਦੇ ਨੇ ਜਿਹੜੇ ਗੁਰਮਤ ਦੀਆਂ ਧੱਜੀਆਂ ਉਡਾ ਰਹੇ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬੜੇ ਵਧੀਆ ਚੋਟੀ ਦੇ ਸਿਧਾਂਤ ਤੇ ਸੱਚ ਦੇ ਪਹਿਰੇ ਤੇ ਗੱਲ ਕਰਨ ਵਾਲੇ ਪ੍ਰਚਾਰਕ ਨੇ, ਕਵੀਸ਼ਰੀ ਜਥੇ ਨੇ, ਢਾਡੀ ਜਥੇ ਨੇ, ਕੀਰਤਨੀ ਜਥੇ ਨੇ, ਪ੍ਰਚਾਰਕ ਕਥਾਵਾਚਕ ਨੇ, ਸਾਰੇ ਮੁਬਾਰਕ ਨੇ। ਮੈਂ ਸੱਚ ਜਾਣਿਓ ਤਹਿ ਦਿਲੋਂ ਧੰਨਵਾਦ ਹਾਂ ਉਹਨਾਂ
ਕੀਰਤਨੀਆ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ, ਕਵੀਸ਼ਰ ਸਿੰਘਾਂ ਦਾ, ਜਿਹੜੇ ਇਮਾਨਦਾਰੀ ਦੇ ਨਾਲ ਸੱਚ ਦੇ ਸਿਧਾਂਤ ਤੇ ਪਹਿਰਾ ਦੇ ਕੇ ਗੁਰਮਤਿ ਦੀ ਗੱਲ ਸੰਗਤ ਤੱਕ ਪਹੁੰਚਾਉਂਦੇ ਨੇ। ਪਰ ਉਹਦੇ ਵਿੱਚ ਕੁਝ ਮੇਰੇ ਵਰਗੇ ਵਿਕੇ ਵੀ ਨੇ, ਜਿਹੜੇ ਮਨੁੱਖਾਂ ਦੇ ਨਾਲ ਸਾਬ ਜੋੜੀ ਜਾਂਦੇ ਨੇ, ਕਰ ਗੱਲ ਰਹੇ ਹੁੰਦੇ ਨੇ ਇਤਿਹਾਸ ਦੀ, ਸਿਫਤ ਸੁਣਾ ਰਹੇ ਹੁੰਦੇ ਨੇ ਗੁਰੂ ਦੀ। ਮੇਰੇ ਵਰਗਾ ਉੱਠਿਆ, ਕਿਸੇ ਨੇ 100 ਰੁਪਈਆ ਅੱਗੇ ਰੱਖ ਦਿੱਤਾ ਤੇ ਨਾਲ ਸਾਬ ਜੋੜਤਾ। ਦੇਖੋ ਭਾਈ ਸਾਹਿਬ ਜੀ ਨੇ ਨਾ 100 ਰੁਪਈਏ ਦਾ ਸਾਨੂੰ ਜਿਹੜੀ ਅੱਗੇ ਗੁਰੂ ਦੀ ਸਤਿਕਾਰ ਵਜੋਂ ਰੱਖੇ ਨੇ, ਕਿਉਂਕਿ ਅਸੀਂ ਮਨੁੱਖਾਂ ਨੂੰ ਸਾਬ ਕਹਿ ਰਹੇ ਹਾਂ। ਗੁਰਮਤਿ ਜਿੱਦਣ ਸਮਝ ਆ ਗਈ ਨਾ, ਜਿੱਦਣ ਸਤਿਗੁਰ ਦੀ ਗੱਲ ਸਮਝ ਆ ਗਈ, ਉਦਣ ਸਾਡੇ ਵਾਸਤੇ ਮਨੁੱਖ ਸਾਬ ਨਹੀਂ ਹੈ, ਸਾਡੇ ਵਾਸਤੇ ਕੋਈ ਡੇਰਾ, ਕੋਈ ਸੰਪਰਦਾ ਸਾਬ ਨਹੀਂ ਹੈ, ਸਾਡੇ ਵਾਸਤੇ ਕੋਈ ਸੋਟੀ, ਕੋਈ ਲਾਠੀ, ਕੋਈ ਘੋੜਾ ਸਾਬ ਨਹੀਂ ਹੈ। ਸਾਡਾ ਸਾਹਿਬ ਇੱਕੋ ਹੀ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਸਿੱਖ ਦਾ ਸਾਹਿਬ ਤੇ ਇੱਕ ਹੀ ਹੈ, ਉਹ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਿੱਖ ਦਾ ਸਾਹਿਬ ਤੇ ਇੱਕ ਹੀ ਹੈ, ਉਹਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ। ਅਸੀਂ ਮੂੰਹ ਤੋਂ ਤਾਂ ਕਹਿ ਰਹੇ ਹਾਂ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ, ਤੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਜਗ੍ਹਾ ਤੇ ਮੱਥੇ ਟੇਕ ਰਹੇ ਆ। ਕਿਤੇ ਗੁੱਗਾ ਪੀਰ ਪੂਜ ਲਿਆ, ਕਿਤੇ ਕੁਝ ਪੂਜ ਲਿਆ, ਕਿਤੇ ਆਹ ਦੇਖ ਲਓ ਹੁਣ ਆਹ ਸਾਡੀਆਂ ਭੈਣਾਂ ਬੜੀਆਂ ਆਪਣੇ ਆਪ ਨੂੰ ਜਿਹੜੀਆਂ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੀਆਂ ਹੋਣਗੀਆਂ, ਸਭ ਕੁਝ ਕਰਦੀਆਂ ਹੋਣਗੀਆਂ, ਤੇ ਕਰਵਾ ਚੌਥ ਵਾਲੇ ਦਿਨ ਸਭ ਤੋਂ ਅੱਗੇ ਵਰਤ ਰੱਖਣ ਵਿੱਚ ਵੀ ਇਹ ਹੋਣਗੀਆਂ। ਪੁੱਛੋ ਵੀ ਕਮਾਲ ਦੀ ਗੱਲ ਹੈ ਵੀ ਤੁਸੀਂ ਕਿੱਧਰ ਨੂੰ ਤੁਰੇ ਆ। ਸਤਿਗੁਰੂ ਜੀ ਨੇ ਸਾਨੂੰ ਬਰਾਬਰਤਾ ਦਿੱਤੀ ਹੈ। ਜਿਨ੍ਹਾਂ ਦੇ ਧਾਰਮਿਕ ਕਰਮ ਨੇ ਮੁਬਾਰਕ ਨੇ, ਉਹ ਕਰੀ ਜਾਣ। ਸਿੱਖ ਹੋ ਕੇ ਕੌਰ ਸ਼ਬਦ ਲਾ ਕੇ, ਤੇ ਜੇ ਕੋਈ ਕਰੂਏ ਦੀ ਕਥਾ ਸੁਣੇ ਜਾਂ ਕਰੂਏ ਦਾ ਵਰਤ ਰੱਖੇ, ਕਰਵਾ ਚੌਥ ਦਾ ਵਰਤ ਰੱਖੇ, ਇਹਦਾ ਮਤਲਬ ਵੀ ਉਹਨੂੰ ਅਜੇ ਸਿੱਖ ਸਿਧਾਂਤਾਂ ਦੀ ਸਿਰਫ ਉਹ ਮੂੰਹ ਤੋਂ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ, ਕੇਵਲ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੀ ਹੈ ਜਾਂ ਟੇਕ ਰਿਹਾ ਹੈ, ਅੰਦਰ ਨਹੀਂ ਹੈ ਕੋਈ ਗੁਰੂ ਦੀ ਗੱਲ। ਕਿਉਂਕਿ ਸਤਿਗੁਰੂ ਜੀ ਦਾ ਜਿੱਦਣ ਸਿਧਾਂਤ ਜੀਵਨ ਵਿੱਚ ਵਸ ਗਿਆ ਨਾ, ਉਦਣ ਆਹ ਕਰਮ ਕਾਂਡਾਂ ਦੀਆਂ ਕਹਾਣੀਆਂ, ਕਥਾਵਾਂ ਦਾ ਮਤਲਬ ਹੀ ਕੋਈ ਨਹੀਂ ਰਹਿਣਾ। ਪਰ ਮੈਂ ਹੈਰਾਨ ਹੋ ਰਿਹਾ ਕਿ ਗੁਰਮਤਿ ਜਿਸ ਲੈਵਲ ਤੇ ਸਾਨੂੰ ਲੈ ਕੇ ਜਾ ਰਹੀ, ਅਸੀਂ ਉੱਤੇ ਪਹੁੰਚ ਕਿਉਂ ਨਹੀਂ ਪਾ ਰਹੇ। ਕਿਉਂਕਿ ਸਾਡੇ ਅੰਦਰ ਜਿਹੜੀ ਸੰਸਾਰਿਕ ਜਿਹੜੇ ਦੌਰ ਬੈਠੇ ਆ ਨਾ, ਲੋਕਾਂ ਨੂੰ ਗੁੰਮਰਾਹ ਕਰਨ ਦੇ ਬੈਠੇ ਨੇ, ਆਪਣੇ ਆਪ ਦੀ ਸਿਆਣਪ ਤੇ ਚਤੁਰਾਈਆਂ ਵਿਖਾਉਣ ਦੇ ਬੈਠੇ ਨੇ, ਇਹ ਨਹੀਂ ਨਾ ਮੁੱਕਦੇ। ਗੁਰੂ ਦੀ ਰਹਿਮਤ ਕਿਵੇਂ ਹੋ ਜਾਏਗੀ? ਕਿਉਂਕਿ ਬੜਾ ਹੀ ਹਿਰਦਾ ਬਲੂੰਦਰਿਆ ਜਾਂਦਾ ਹੈ ਜਦੋਂ ਕੋਈ ਸਿੱਖ ਬੱਚੇ ਜਦੋਂ ਇਹਨਾਂ ਪਾਸੇ ਤੁਰਦੇ ਆ, ਕਰਮ ਕਾਂਡਾਂ ਵੱਲ, ਪਖੰਡਾਂ ਵੱਲ ਜਾਣ ਬੁੱਝ ਕੇ ਤੁਰਦੇ ਆ। ਮੈਨੂੰ ਨਹੀਂ ਪਤਾ ਕਿ ਜਾਂ ਫਿਰ ਉਹਨਾਂ ਦੇ ਅੰਦਰ ਹੀ ਐਸੀ ਭਾਵਨਾ ਬੈਠ ਗਈ ਹੈ, ਅੰਧ ਵਿਸ਼ਵਾਸ ਤੇ ਕਰਮ ਕਾਂਡ ਅਸੀਂ ਕਰਨੇ ਹੀ ਕਰਨੇ ਆ। ਕਿਉਂਕਿ ਜਿੱਦਣ ਗੁਰੂ ਦੇ ਮਤ, ਗੁਰੂ ਦਾ ਪਿਆਰ ਦਾ ਅਹਿਸਾਸ ਜੀਵਨ 'ਚ ਹੁੰਦਾ ਨਾ, ਉਦਣ ਇਹ ਹਿਰਦੇ ਦੀ ਅਵਸਥਾ ਬਣ ਜਾਂਦੀ ਹੈ। ਕੇਵਲ ਜੀਭ ਨਹੀਂ ਫਿਰ ਕਹਿੰਦੀ, ਫਿਰ ਦਿਲ ਵੀ ਕਹਿੰਦਾ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਅਰਦਾਸ ਇਹਨੂੰ ਕਹਿੰਦੇ ਨੇ, ਪ੍ਰੇਅਰ ਇਹਨੂੰ ਕਹਿੰਦੇ ਨੇ। ਜਿੱਦਣ ਪੂਰਨ ਭਰੋਸਾ, ਪੂਰਨ ਵਿਸ਼ਵਾਸ ਅਕਾਲ ਪੁਰਖ ਤੇ ਵੱਜ ਜਾਵੇਗਾ। ਸਤਿਗੁਰੂ ਜੀ ਨੇ ਨਾ ਸਾਡਾ ਸਾਹਿਬ ਪ੍ਰਮਾਤਮਾ ਬਣਾਇਆ ਹੈ, ਐਸਾ ਮਾਲਕ ਹੈ ਸਾਡਾ ਜਿਹਨੂੰ ਚਾਪਲੂਸੀ ਦੀ ਲੋੜ ਨਹੀਂ। ਉਹ ਸਾਡੀਆਂ ਚਾਪਲੂਸੀਆਂ ਤੇ ਨਹੀਂ ਰੀਝਦਾ। ਉਹ ਕਹਿੰਦਾ ਤੂੰ ਮੇਰੇ ਵਰਗਾ ਬਣ ਜਾ, ਬਸ ਮੈਂ ਇੱਕ ਹੀ ਤੇਰੇ ਕੋਲ ਡਿਮਾਂਡ ਕਰਦਾ ਵੀ ਤੇਰੇ ਵਿੱਚ ਮੇਰੇ ਵਰਗੇ ਗੁਣ ਆ ਜਾਣ, ਤੂੰ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਵੇਂ। ਕਿਉਂਕਿ ਪਰਮਾਤਮਾ ਨੇ ਕਿਸ ਤਰ੍ਹਾਂ ਸੇਵਾ ਕਰਨੀ ਹੈ? ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਗੁਰੂ ਦੇ ਸਿੱਖ ਦੇ ਵਿੱਚ ਬੈਠ ਕੇ ਸੇਵਾ ਮਾਨਵਤਾ ਦੀ ਕਰਾਉਣੀ ਹੈ। ਗੁਰੂ ਦੇ ਸਿੱਖ ਦੇ ਰਾਹੀਂ ਜਿਹਦੇ ਅੰਦਰ ਗੁਰੂ ਦੇ ਗੁਣ ਵਸ ਗਏ, ਪ੍ਰੇਮ ਵਸ ਗਿਆ, ਹੁਣ ਕੀ ਹੋਇਆ? ਉਹ ਮਾਨਵਤਾ ਦੀ ਸੇਵਾ ਵਿੱਚ ਆ ਗਿਆ, ਕਿਉਂਕਿ ਉਹਨੂੰ ਮਾਨਵਤਾ ਵਿੱਚ ਪਰਮਾਤਮਾ ਨਜ਼ਰ ਆਉਣ ਲੱਗ ਪਿਆ। ਹੁਣ ਜਿੱਦਣ ਇਹ ਅਵਸਥਾ ਸਮਝ ਆਉਂਦੀ ਹੈ, ਗੁਰੂ ਦੀ ਬਾਤ ਸਮਝ ਆਉਣ ਲੱਗਦੀ ਹੈ, ਹਿਰਦੇ ਦੀ ਅਵਸਥਾ ਕੀ ਬਣਦੀ ਹੈ? ਆਪਣੇ ਆਪ ਨੂੰ ਕਦੀ ਪੁੱਛ ਕੇ ਦੇਖਿਓ। ਦੂਰ ਜਾਣ ਦੀ ਲੋੜ ਨਹੀਂ, ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਮੇਰੇ ਜੀਵਨ ਦੇ ਵਿੱਚ ਬਦਲਾਵ ਕਿਸ ਤਰ੍ਹਾਂ ਆ ਰਿਹਾ ਕਿ ਨਹੀਂ ਆ ਰਿਹਾ। ਆਪਣੇ ਆਪ ਨੂੰ ਪੁੱਛ ਕੇ ਵੇਖੋ। ਜੇ ਅਸੀਂ ਜਿੱਥੇ ਪਹਿਲਾਂ ਸਾਰਾ ਦਿਨ ਕ੍ਰੋਧ ਵਿੱਚ ਰਹਿੰਦੇ ਸਾਂ, ਤੇ ਜੇ ਹੁਣ ਕ੍ਰੋਧ ਥੋੜਾ ਘਟਣ ਲੱਗਾ ਹੈ, ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਆਉਣ ਲੱਗਾ ਹੈ ਵੀ ਨਹੀਂ, ਐਵੇਂ ਬੇਵਜ੍ਹਾ ਕ੍ਰੋਧ ਕਰਕੇ ਫਾਇਦਾ ਕੋਈ ਨਹੀਂ, ਪਿਆਰ ਨਾਲ ਵੀ ਮਸਲਾ ਸੋਲਵ ਕਰਕੇ ਵੇਖ ਲਈਏ, ਤੇ ਸਮਝ ਲੈਣਾ ਗੁਰੂ ਦੇ ਰਸਤੇ ਤੇ ਇੱਕ ਪੈਂਡਾ ਤੁਰਨ ਲੱਗ ਪਏ ਆ। ਆਪਣੇ ਆਪ ਦੀ ਪੜਚੋਲ ਆ, ਆਪਣੇ ਆਪ ਨੂੰ ਸਮਝਣਾ ਹੈ। ਸੋ ਅੱਜ ਦਾ ਜਿਹੜਾ ਸ਼ਬਦ ਆ ਨਾ, ਜਿਹੜਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਹੈ,
ਸ਼੍ਰੀ ਰਾਗ ਦਾ ਇਹ 68 ਨੰਬਰ ਸ਼ਬਦ ਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ 4 ਨੰਬਰ ਸ਼ਬਦ ਆ, 4 ਨੰਬਰ ਸ਼ਬਦ, ਚੌਥਾ ਨੰਬਰ ਸ਼ਬਦ। ਰਹਾਉ ਦੀਆਂ ਪੰਕਤੀਆਂ ਨੇ ਪਾਵਨ ਸ਼ਬਦੀਆਂ। ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਮੋਕੋ ਦਾ ਅਰਥ ਆ ਮੈਨੂੰ। ਬੜੇ ਅਤ ਨਿਮਰਤਾ ਪ੍ਰੇਮ ਦੇ ਨਾਲ ਹਿਰਦੇ ਦੀਆਂ ਗਹਿਰਾਈਆਂ ਤੋਂ ਅਰਦਾਸ ਕੀਤੀ ਹੈ। ਕਿਹਦੇ ਅੱਗੇ? ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਸ਼ਬਦ ਗੁਰੂ ਦੇ ਅੱਗੇ। ਕਿਉਂਕਿ ਸਿੱਖ ਦਾ ਗੁਰੂ ਕੌਣ ਆ? ਸ਼ਬਦ। ਹੁਣ ਅਰਦਾਸ ਇਹ ਨਿਕਲ ਰਹੀ ਹੈ, ਇਹ ਅਹਿਸਾਸ ਹੋ ਗਿਆ ਪਹਿਲ ਦੇ ਆਧਾਰ ਤੇ ਮੈਂ ਕੁਝ ਵੀ ਨਹੀਂ ਹਾਂ, ਮੈਂ ਕੁਝ ਵੀ ਨਹੀਂ ਹਾਂ, ਮੈਂ ਕੁਝ ਵੀ ਨਹੀਂ ਕਰ ਸਕਦਾ, ਤੂੰ ਹੀ ਕਰ ਸਕਦਾ ਹੈ। ਹੁਣ ਉਸ ਪਿਆਰ ਦੇ ਵਿੱਚੋਂ ਅਰਦਾਸ ਆ, ਮੇਰੇ ਭਾਈ ਜਨਾ, ਹੇ ਮੇਰੇ ਗੁਰੂ ਰੂਪੀ ਭਰਾ, ਮੇਰੇ ਸਤਿਗੁਰੂ ਦੇ ਗੁਣਾ ਰੂਪੀ ਭਰਾ, ਮੇਰੇ ਗੁਰੂ ਜੀ, ਮੇਰੇ ਗੁਰਮੁਖ ਪਿਆਰੇ ਉਹ ਵੀਰ ਜਿਹੜੇ ਗੁਰੂ ਦੀ ਮੱਤ ਤੇ ਚੱਲ ਰਹੇ ਨੇ, ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ ਤੇ ਗੁਰੂ ਜੀ ਦੇ ਹੁਕਮ ਨੂੰ ਫੋਲੋ ਕਰ ਰਹੇ ਨੇ। ਐਸੇ ਗੁਰਮੁਖ ਪਿਆਰੇ ਮੇਰੇ ਮਿੱਤਰੋ, ਮੇਰੇ ਦੋਸਤੋ, ਮੇਰੇ ਭਰਾਵੋ, ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਤੁਸੀਂ ਵੀ ਮੇਰੇ ਨਾਲ ਇਹ ਅਰਦਾਸ ਕਰੋ ਕਿ ਸੱਚਾ ਗੁਰੂ ਮੇਰੀ ਅਰਦਾਸ ਸੁਣ ਲਵੇ ਸਾਡੀ, ਤੇ ਸਾਨੂੰ ਪ੍ਰੀਤਮ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦੇਵੇ। ਹੁਣ ਇਹ ਆਤਮਾ ਦੇ ਵਿਛੋੜੇ ਦੀ ਤੜਫ ਆ। ਪਹਿਲਾਂ ਵਿਛੋੜਾ, ਮੈਂ ਪਹਿਲਾਂ ਇੱਕ ਸ਼ਬਦ ਆਪਾਂ ਸ਼੍ਰੀ ਰਾਗ ਦਾ, ਮੇਰੇ ਖਿਆਲ 'ਚ ਪਰਸੋਂ ਕਿ 2 ਰੋਜ਼ ਪਹਿਲਾਂ ਆਪਾਂ ਇਹ ਵਿਚਾਰਿਆ ਸੀ, ਵਿਛੋੜਾ ਕੀ ਹੈ। ਹਜੇ ਤੱਕ ਤੇ ਸਾਨੂੰ ਵਿਛੋੜੇ ਦਾ ਅਹਿਸਾਸ ਹੀ ਨਹੀਂ। ਜਦ ਤੱਕ ਵਿਛੋੜੇ ਦਾ ਅਹਿਸਾਸ ਨਹੀਂ, ਅਰਦਾਸ ਨਹੀਂ ਉਤਪੰਨ ਹੁੰਦੀ। ਕੋਈ ਚੀਜ਼ ਸਾਡੇ ਤੋਂ ਵਿਛੜ ਜਾਵੇ ਨਾ, ਜਦ ਤੱਕ ਕੋਲ ਆ ਉਦੋਂ ਤੱਕ ਅਹਿਸਾਸ ਨਹੀਂ ਹੁੰਦਾ। ਜਦੋਂ ਟੁੱਟਦੀ ਹੈ ਨਾ, ਜਦੋਂ ਵਿਛੜਦੀ ਹੈ, ਉਦੋਂ ਅਹਿਸਾਸ ਹੁੰਦਾ ਹੈ ਕਿ ਵੀ ਉਸ ਵਸਤੂ ਦਾ ਜਾਂ ਉਸ ਪ੍ਰਾਣੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਆ। ਇਵੇਂ ਹੀ ਆਤਮਾ ਹਜੇ ਤੱਕ, ਜਦ ਤੱਕ ਮਾਇਆ ਦੇ ਰੁਝੇਵਿਆਂ 'ਚ ਰੁੱਝੀ ਹੋਈ ਹੈ ਨਾ, ਤੇ ਸਾਡੀ ਮੰਗ ਮਾਇਆ ਤੋਂ ਚਾਲੂ ਹੁੰਦੀ ਹੈ ਤੇ ਮਾਇਆ ਤੇ ਮੁੱਕ ਜਾਂਦੀ ਹੈ, ਅਸੀਂ ਵਿਛੋੜੇ ਦਾ ਅਹਿਸਾਸ ਨਹੀਂ ਕਰ ਸਕਦੇ। ਪਰ ਹਿਰਦੇ ਦੇ ਅੰਦਰ ਇੱਕ ਖਾਲੀਪਨ ਆ। ਜਿੱਦਣ ਉਹ ਸਮਝ ਆਉਂਦਾ ਨਾ, ਜਿੱਦਣ ਇਸ ਆਤਮਾ ਦੀ ਬਾਤ ਸਮਝ ਆਉਂਦੀ ਹੈ ਤੇ ਆਤਮਾ ਦੀ ਭੁੱਬ, ਆਤਮਾ ਦੀ ਹੂਕ ਜਦੋਂ ਸਮਝ ਆਉਂਦੀ ਹੈ, ਜਿਹੜੀ ਉਹ ਆਤਮਾ ਵਿਛੜੀ ਹੈ ਕਿੱਥੋਂ? ਪਰਮਾਤਮਾ ਤੋਂ। ਹੁਣ ਆਤਮਾ ਦਾ ਵਿਛੋੜੇ ਦਾ ਅਹਿਸਾਸ ਜਿੱਦਣ ਹੁੰਦਾ ਹੈ, ਉਦਣ ਆਤਮਾ ਦੇ ਅਥਰੂ, ਆਤਮਾ ਦਾ ਦਰਦ, ਆਤਮਾ ਦੀ ਤੜਫ ਨਜ਼ਰ ਆਉਂਦੀ ਹੈ। ਤੇ ਆਤਮਾ ਦੀ ਤੜਫ ਕੀ ਹੈ? ਉਹਨੂੰ ਮਾਇਆ ਨਹੀਂ ਚਾਹੀਦੀ, ਉਹਨੂੰ ਪਦਾਰਥ ਨਹੀਂ ਚਾਹੀਦੇ, ਆਤਮਾ ਨੂੰ ਸੰਸਾਰਿਕ ਰੁਤਬੇ ਨਹੀਂ ਚਾਹੀਦੇ। ਆਤਮਾ ਨੂੰ ਕੀ ਚਾਹੀਦਾ ਹੈ? ਪਰਮਾਤਮਾ। ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਹੁਣ ਸਾਹਿਬ ਕਹਿੰਦੇ ਇਹ ਬਾਤ ਸਮਝ ਆ ਗਈ ਹੈ। ਮੇਰੇ ਭਾਈ ਜਨਾ ਮੋਕੋ ਹਰ ਪ੍ਰਭ ਮੇਲ ਮਿਲਾਏ। ਹੁਣ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਮੇਰੇ ਦੁੱਖਾਂ ਦਾ ਕਾਰਨ ਮੇਰਾ ਵਿਛੋੜਾ ਹੈ ਪਰਮਾਤਮਾ ਤੋਂ, ਤੇ ਇਹ ਗੱਲ ਗੁਰੂ ਜੀ ਦੇ ਰਾਹੀਂ ਸਮਝ ਆਈ ਹੈ। ਹੁਣ ਹੇ ਮੇਰੇ ਗੁਰੂ ਦੇ ਨਾਲ ਪਿਆਰ ਕਰਨ ਵਾਲਿਓ, ਤੁਹਾਡੀ ਗੁਰੂ ਸੁਣਦਾ ਹੈ। ਮੇਰੇ ਵਾਸਤੇ ਵੀ ਅਰਦਾਸ ਕਰ ਦਿਓ, ਮਿੰਨਤ ਕਰ ਦਿਓ, ਜੋਦੜੀ ਕਰ ਦਿਓ ਮੇਰੇ ਭਰਾਵੋ, ਮੇਰੇ ਸ਼ੁਭ ਗੁਣਾ ਰੂਪੀ ਮਿੱਤਰੋ, ਮੇਰੇ ਦੋਸਤੋ। ਕਿਹੜੇ ਨੇ ਮੇਰੇ ਭਰਾ? ਮਨੁੱਖ ਨਹੀਂ, ਸ਼ੁਭ ਗੁਣ। ਸਤਿਗੁਰੂ ਗੁਰਦੇਵ ਜੀ ਦੇ ਰਾਹੀਂ ਮਿਲੇ ਹੋਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੌਣ ਨੇ? ਇਹ ਅਵਗੁਣ। ਸ਼ੁਭ ਗੁਣ ਕੀ ਨੇ? ਸਤ, ਸੰਤੋਖ, ਦਇਆ, ਨਿਮਰਤਾ, ਪ੍ਰੇਮ। ਇਹ ਸ਼ੁਭ ਗੁਣ ਰੂਪੀ ਮੇਰੇ ਮਿੱਤਰੋ, ਮੇਰੇ ਵਾਸਤੇ ਤੁਸੀਂ ਪ੍ਰਮਾਤਮਾ ਜੀ ਦੇ ਨਾਲ ਮੇਰੀ ਸਾਂਝ ਪਵਾ ਦਿਓ, ਮੇਰੇ ਅੰਦਰ ਆ ਕੇ ਵਸ ਜਾਓ, ਤੇ ਉਸ ਨਿਰੰਕਾਰ ਜੋ ਸੋਹਣਾ ਪ੍ਰਮਾਤਮਾ ਹੈ, ਜੋ ਇਸ ਆਤਮਾ ਦਾ ਪਤੀ ਪ੍ਰਮਾਤਮਾ ਹੈ, ਹਰ ਪ੍ਰਭ ਮੇਲ ਮਿਲਾਏ, ਉਹਦੇ ਨਾਲ ਮੇਰਾ ਮਿਲਾਪ ਕਰਵਾ ਦਿਓ। ਮੇਰੇ ਭਾਈ ਜਨ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਕੋਈ ਮੈਨੂੰ ਮੇਰੇ ਪ੍ਰੀਤਮ ਪ੍ਰਮਾਤਮਾ ਦੀ ਗੱਲ ਸੁਣਾਵੇ, ਉਹਦੇ ਨਾਲ ਮੇਰਾ ਮਿਲਾਪ ਕਰਵਾ ਦੇਵੇ। ਕਿੰਨੀ ਭੁੱਪ ਦੀ ਅਰਦਾਸ ਆ, ਕਿੰਨੀ ਹੂਕ ਦੀ ਅਰਦਾਸ ਆ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਇਸ ਪਾਵਨ ਸ਼ਬਦ ਵਿੱਚ। ਹਉ ਸਤਿਗੁਰੂ ਵਿਟਹੁ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਅਗਲੀ ਪੰਕਤੀ 'ਚ ਬੜਾ ਪਿਆਰਾ ਬਚਨ ਕਹਿ ਰਿਹਾ,
ਮੈਂ ਆਪਣੇ ਪੂਰੇ ਸੱਚੇ ਗੁਰੂ ਸ਼ਬਦ ਤੋਂ, ਸਤਿਗੁਰੂ ਤੋਂ, ਵਿਟੋਂ ਦਾ ਅਰਥ ਆ ਤੋਂ ਸਦਕੇ, ਹਉ ਸਤਿਗੁਰੂ ਵਿਟੋਂ, ਆਪਣੇ ਪੂਰਨ ਸਤਿਗੁਰੂ ਸੱਚੇ ਗੁਰੂ ਸ਼ਬਦ ਤੋਂ ਵਾਰਿਆ, ਆਪਣੇ ਆਪ ਨੂੰ ਮੈਂ ਵਾਰ ਦਿੱਤਾ ਹੈ। ਜਿਨ ਹਰ ਪ੍ਰਭ ਦੀਆ ਮਿਲਾਏ, ਜਿਸ ਸੱਚੇ ਗੁਰੂ ਜੀ ਨੇ ਮੇਰੇ ਅੰਦਰ ਸ਼ੁਭ ਗੁਣਾਂ ਦਾ ਪ੍ਰਗਾਸ ਕਰਕੇ ਮੇਰੀ ਇਸ ਆਤਮਾ ਦੇ ਪਤੀ ਪਰਮ ਆਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ ਹੈ, ਮੇਰੀ ਸਾਂਝ ਪਰਵਾ ਦਿੱਤੀ ਹੈ। ਮੇਰਾ ਐਸਾ ਸੋਹਣਾ ਸੱਚਾ ਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਜੀ ਨੇ ਮੈਨੂੰ ਵਿੱਚ ਕਿਸੇ ਦੇਹਧਾਰੀ ਗੁਰੂ ਦੀ ਕੋਈ ਵੀ ਲੋੜ ਨਹੀਂ ਹੈ। ਹੁਣ ਸਤਿਗੁਰੂ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਜਦੋਂ ਮੈਂ ਆਪਣੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਾਲ ਜੁੜੀ ਜਾਂ ਜੁੜਿਆ, ਮੇਰੇ ਸਤਿਗੁਰੂ ਜੀ ਨੇ ਆਪਣੇ ਸ਼ਬਦ ਵਿੱਚੋਂ, ਆਪਣੇ ਗਿਆਨ ਵਿੱਚੋਂ ਮੈਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਵਾਇਆ। ਤੇ ਜਦੋਂ ਪਰਮਾਤਮਾ ਦੀ ਹੋਂਦ ਦਾ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਤੇ ਉਸ ਪਰਮਾਤਮਾ ਦੀ ਇਸਤਰੀ ਹਾਂ, ਉਹਦੀ ਪਤਨੀ ਹਾਂ, ਮੇਰੀ ਜੀਵਨ ਵਿੱਚ ਅਰਦਾਸ ਬਣੀ ਇਸ ਆਤਮਾ ਦੀ ਕਿ ਮੇਰੇ ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਮੇਰੇ ਗੁਰੂ ਜੀ ਨੇ ਕਿਰਪਾ ਕਰਕੇ ਉਹ ਵਿਚੋਲ ਪੂਰਾ ਕੀਤਾ। ਐਸਾ ਵਿਚੋਲੇ ਦੀ ਡਿਊਟੀ ਨਿਭਾਈ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ। ਗੁਰੂ ਜੀ ਨੇ ਕਿਵੇਂ ਮਿਲਾਇਆ? ਹਰ ਨਾਮੋ ਮੰਤਰ ਦ੍ਰਿੜਾਇਂਦਾ, ਹੁਕਮ ਰੂਪੀ ਸੱਚ ਦਾ, ਸਿਧਾਂਤ ਦਾ ਗਿਆਨ ਜਿਹੜਾ ਹੈ ਉਹ ਮੈਨੂੰ ਦ੍ਰਿੜ ਕਰਾਇਆ। ਜਿਹਦੇ ਨਾਲ ਕੀ ਹੋਇਆ? ਕੱਟੇ ਹਉਮੈ ਰੋਗ। ਮੇਰੇ ਵਿੱਚੋਂ ਸਭ ਤੋਂ ਭੈੜਾ ਰੋਗ ਮੈਂ ਮੇਰੀ ਦਾ, ਹਉਮੈ ਦਾ ਗੁਰੂ ਜੀ ਨੇ ਕੱਟ ਦਿੱਤਾ। ਨਾਨਕ ਸਤਿਗੁਰੂ ਤੇ ਨਾ ਮਿਲਾਇਆ। ਨਾਨਕ ਜੀ ਆਖਦੇ, ਸੱਚ ਜਾਣਿਓ ਸੱਚਾ ਗੁਰੂ ਉਹਨਾਂ ਨੂੰ ਹੀ ਮਿਲਾਉਂਦਾ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਜਿਨ ਧੁਰੇ ਪਿਆ ਸੰਜੋਗ। ਜੋ ਧੁਰ ਦਾ ਅਰਥ ਆ ਪਰਿਪੂਰਨ ਪਰਮਾਤਮਾ। ਸਾਡੇ ਜੀਵਨ ਦਾ ਧੁਰ ਕੀ ਹੈ? ਨਿਰੰਕਾਰ। ਧੁਰ ਹੁੰਦਾ ਬੇਸ, ਮੂਲ। ਸਾਡਾ ਮੂਲ ਹੈ ਪਰਮਾਤਮਾ। ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕੀਤਾ, ਸੰਜੋਗ ਬਣਾ ਦਿੱਤਾ, ਜੋੜ ਦਿੱਤਾ। ਸੰਜੋਗ ਦਾ ਅਰਥ ਹੈ ਜੋੜ ਦਿੱਤਾ ਮੈਨੂੰ ਮੇਰੇ ਪਰਮਾਤਮਾ ਦੇ ਨਾਲ। ਐਸੇ ਮੇਰੇ ਸੱਚੇ ਗੁਰੂ ਤੋਂ ਮੈਂ ਸਦਕੇ ਜਾਣਾ। ਹੁਣ ਸਤਿਗੁਰੂ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਮੈਂ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਅੱਗੇ ਜੋੜੜੀ ਨਹੀਂ ਕਰਦਾ, ਹੋਰ ਕਿਸੇ ਦੇ ਅੱਗੇ ਤਰਲੇ ਨਹੀਂ ਲੈਂਦਾ। ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਣਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ ਹੈ, ਪਰਮਾਤਮਾ ਨਾਲ ਮੇਰਾ ਮਿਲਾਪ ਕਰਵਾ ਦਿੱਤਾ ਹੈ। ਇਹ ਰਹਾਉ ਦੀਆਂ ਪੰਕਤੀਆਂ ਨੇ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼ਿਰ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦਸੈ ਤਿਨ ਜਾਓ। ਹਉ ਦਾ ਅਰਥ ਆ ਮੈਂ, ਪੰਥ ਦਾ ਅਰਥ ਆ ਰਸਤਾ, ਦਸਾਈ ਦਾ ਅਰਥ ਆ ਪੁੱਛਦੀ ਹਾਂ। ਤਿੰਨ ਨੰਨੇ ਨੂੰ ਸਿਹਾਰੀ ਹੈ। ਤਿੰਨ ਦੇ ਵਿੱਚ ਉਸ ਦੀ ਰਾਹੀਂ, ਭਾਵ ਉਸ ਦੀ ਮਦਦ ਨਾਲ, ਉਸ ਦੀ ਸਹਾਇਤਾ ਨਾਲ ਜਾਓ, ਮੈਂ ਜਾਵਾਂ। ਸਮੁੱਚੀ ਪੰਕਤੀ ਦੇ ਅਰਥ ਨੇ, ਹਉ ਪੰਥ ਦਸਾਈ ਨਿਤ ਖੜੀ, ਮੈਂ ਸਦਾ ਤਾਂਗ ਵਿੱਚ ਖਲੋਤੀ ਹਾਂ। ਹਉ ਪੰਥ ਦਸਾਈ ਨਿਤ ਖੜੀ, ਮੈਂ ਸਦਾ ਤਾਂਗ ਦੇ ਵਿੱਚ ਹਾਂ। ਇਸ ਵੱਲ ਮੇਰਾ ਧਿਆਨ ਆ। ਪੰਥ ਦਸਾਈ ਨਿਤ ਖੜੀ, ਤੇ ਨਿਤ ਖਲੋਤੀ ਹੋਈ ਆ। ਇਸ ਤਾਂਗ ਵਿੱਚ ਨਿਤ ਅਰਦਾਸ ਮਿੰਨਤ ਕਰਨ ਵਾਸਤੇ ਹੱਥ ਜੋੜ ਕੇ ਖਲੋਤੀ ਹੋਈ ਆ। ਕਿ ਹਉ ਪੰਥ ਦਸਾਈ ਨਿਤ ਖੜੀ, ਦਸਾਈ ਦਾ ਅਰਥ ਹੈ ਪੁੱਛਦੀ ਆ। ਮੈਂ ਹੱਥ ਜੋੜ ਕੇ ਤਰਲੇ ਕਰਦੀ ਹਾਂ, ਮਿਹਨਤ ਕਰਦੀ ਹਾਂ, ਬੇਨਤੀਆਂ ਕਰਦੀ ਹਾਂ, ਤੇ ਮੈਂ ਇਹ ਪੁੱਛਦੀ ਹਾਂ ਸਾਰਿਆਂ ਤੋਂ, ਕੋਈ ਮੈਨੂੰ ਮੇਰੇ ਪਰਿਪੂਰਨ ਪਰਮਾਤਮਾ ਦਾ ਰਾਹ ਦੱਸ ਦਵੇ, ਰਾਹ ਦਿਖਾ ਦਵੇ। ਕਿਉਂਕਿ ਮੈਂ ਲੋਚਦੀ ਹਾਂ, ਮੈਂ ਤਰਸਦੀ ਹਾਂ ਕਿ ਮੈਂ ਪਰਿਪੂਰਨ ਪਰਮਾਤਮਾ ਨਾਲ ਮਿਲ ਜਾਵਾਂ। ਆਤਮਾ ਦੀ ਅਰਦਾਸ ਆ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੈ ਤਿਨ ਜਾਓ। ਕੋਈ ਮੈਨੂੰ ਇਹ ਦੱਸੇ, ਇਹ ਸੁਨੇਹਾ ਦਵੇ, ਕੋਈ ਮੇਰੀ ਮਦਦ ਕਰੇ, ਕੋਈ ਮੇਰੀ ਸਹਾਇਤਾ ਕਰੇ, ਕੋਈ ਮੈਨੂੰ ਇਹ ਗੱਲ ਸੁਣਾਵੇ
मैं तरले कर रही हाँ, मिन्नत कर रही हाँ, जोदड़ी कर रही हाँ, नित पुछदियाँ की पुछदियाँ अपनी प्रीतम दे घर वल दा रस्ता, प्रीतम दे घर वल दा राह, कोई मैनू उस रस्ते ते तोर दवे, उस रस्ते ते चला दवे ते की होवे मेरी परमात्मा दे नाल सांझ बन जावे। समुची पंक्ति दे अर्थ दोबारा समझ लईए। हाँ पंथ दसाई नित खड़ी, कोई प्रभ दसै तिन जाओ। पंथ का अर्थ है रस्ता, दसाई का अर्थ है पुछदियाँ, नित का अर्थ रोज, खड़ी का अर्थ है खलो के, कोई कोई प्रभ परमात्मा दसे दस दवे, तिन जाओ उन्हां दी सहायता दे नाल मैं उन्हां दे कोल फिर जावां। मैं सदा तांग विच खलोती होई हाँ, परमात्मा दे देश का राह पुछदी हाँ। मैं सदा लोचदी हाँ कोई मैनू मेरे प्रीतम दे घर दा सुनेहा दवे, उहदा राह विखा दवे ते उस दे राहीं उस दी मदद दे नाल मेरी पहुँच मेरे परमात्मा नाल हो जावे। भाई गुरदास जी ने एक बड़ा प्यारा कवित लिखिया, कहंदे पूछत पथिक तह मार्ग न धारे पग, प्रीतम के देश कैसे बातन से जाइए। हालात साडे इत्थे खलोते ने, सारे ही रस्ते पुछ रहे ने, किहड़ा रस्ता दसो जी, किवें पहुंचीए परमात्मा दे घर। ते गुरु धन गुरु साहिब, गुरु ग्रंथ साहिब, गुरु शब्द जी सानू वो रस्ता विखाउंदे ने। इत मार्ग चले भाईअड़े, गुर कहे सो कार कमाए जियो, त्यागै मन की मतड़ी, विसारे दूजा भाओ जियो, इउं पावे हर दरसावड़ा, नहीं लागे तत्ती वाओ जियो। बड़ा साफ सुथरा रस्ता, कहंदे इत्थे तुरना, इत मार्ग चले भाईअड़े। जे इस गुरु दे दसे रस्ते ते चलना ना परमात्मा दे देश दे वल नूं, ते जो गुरु जी कह रहे ने, जो गुरु दे उपदेश दे उन्हां नूं दृढ़ कर, अपनी मत त्याग दे, गुरु दी मत धारण कर ला, ते इस रस्ते ते तुरना आसान हो जावेगा ते प्रीतम नाल मिलाप हो जावेगा। जिनी मेरा प्यारा राविया, तिन पिछै लाग फिराऊं। जिन्नी दा अर्थ आ जिन्ना ने मेरा अपणत, मेरा अपने आप नाल प्यारा प्रीतम परमात्मा राविया माणिया है, तिन पिछे उन्हां दे पिछे लाग लग जावां, फिराऊं फिरां। सब कहंदे जिन्ना मेरियां प्यारियां सखियां ने मेरे सोहने प्रीतम पति परमात्मा दे दीदार कर लिया ना, जो उस प्रीतम प्यार दे प्रेम दे विच डुबियां ते खुबियां रहिंदियां ने, रंगियां रहिंदियां ने, ऐसियां दी सतसंगियां दे नाल मेरा मिलाप करवाओ। उन्हां दे कोल मैं बवां, उन्हां दियां गल्लां सुणां, उन्हां कोलों गीत सुना अपने प्रीतम पति दे, ताकि मेरे अंदर मेरे प्रीतम दे प्रति प्यार ते भावना होर जागे, होर मैं प्यार दे विच खुबदी जावां, उहदे नाल डुबदी जावां, ते मेरा एक दिन मेरे प्रीतम दे नाल मेरी सांझ बन जावे। मैं ऐसियां जीव इस्त्रियां दे तरले लैण नूं तैयार हां, मिन्नतां करन नूं तैयार हां, अपना सब कुछ वारन नूं तैयार हां, सब कुछ छड्डण नूं तैयार हां। बस एक बारी मेरे प्रीतम दे घर दा मैनूं उह सुनेहा दे देण, मेरे प्रीतम दे घर दा मैनूं रस्ता विखा देण। इन्ना तड़फ, इन्ना प्यार गुरु रामदास साहिब जी इस पावन शब्द विच कर रहे ने, साडे अगे लग के साडे अंदर वो प्रीतम दे प्यार नूं जगा रहे ने, कि साडे अंदर वो प्रेम परमात्मा दा जाग पवे, साडी भी ये तड़प भरी अरदास बन जावे, बिरहे वांगू अरदास बन जावे, बबीहे वर्गी तड़प हो जावे, कोयल वर्गी साडी भावना बन जावे, कि असी प्रीतम दे प्यार दे विच कूकण लग पईए, साडी शब्दावली कूकण वाली बन जावे। बाबा फरीद जी कहंदे ना, कहंदे कोयल नूं मैं वेखिया, कोयल काली सड़दी बलदी बाहरों नज़र आई, पर जदों कोयल कूकी उहदी आवाज़ ने मैनूं लुट लिया। उहदी आवाज़ इतनी मिठी सी, इन्नी प्यारी ते तड़फ भरी सी, मैनूं एक मेरे दिमाग दे विच सवाल उठिया। बाबा फरीद जी कहंदे मैं कोयल नूं पुछ लिया। की पुछिया? काली कोयल, ऐ काली कोयल जिहड़ी है तूं, मैनूं दस कित गुण काली। काली कोयल तू कित गुण काली। हुण इत्थे गुण क्या है?
ਸਾਹਿਬ ਕਹਿੰਦੇ ਨੇ, ਕਹਿੰਦੇ ਤੂੰ ਗਾਉਂਦੀ ਬਹੁਤ ਸੋਹਣਾ ਹੈ, ਮਿੱਠਾ ਗਾਉਣੀ ਹੈ, ਪਰ ਮੈਨੂੰ ਇਹ ਗੱਲ ਸਮਝ ਆ ਰਹੀ ਹੈ ਤੇਰਾ ਕੋਈ ਗੁਣ ਆ ਜਿਹਦੇ ਕਰਕੇ ਤੂੰ ਇਹਨੂੰ ਕਾਲੀ ਹੋਈ ਹੈ, ਇਹ ਅਵਗੁਣ ਨਹੀਂ ਹੈ ਤੇਰਾ, ਦੱਸ ਕਿਹੜਾ ਗੁਣ ਆ ਉਹ। ਤੇ ਕਹਿੰਦੇ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ। ਕਹਿੰਦੇ ਬਾਬਾ ਫਰੀਦ ਜੀ ਜਦੋਂ ਮੈਂ ਗਾਉਣੀ ਆ ਨਾ, ਦੁਨੀਆ ਸੋਚਦੀ ਹੈ ਸ਼ਾਇਦ ਇਹ ਗੀਤ ਗਾ ਰਹੀ ਹੈ, ਮੈਂ ਗਾ ਨਹੀਂ ਰਹੀ, ਮੈਂ ਧਾਹਾਂ ਮਾਰ ਮਾਰ ਕੇ ਰੋ ਰਹੀ ਹਾਂ, ਮੈਂ ਪਿੱਟਦੀ ਪਈ ਹਾਂ, ਅੰਦਰ ਮੇਰੀ ਹਾਲਾਤ ਤੜਫਦੀ ਹੈ, ਬਿਰਹੇ ਦੀ ਹੈ, ਮੈਂ ਰੋਨੀ ਆ ਕਿਉਂਕਿ ਉਹ ਰੋਣਾ ਪ੍ਰੀਤਮ ਦੀ ਯਾਦ ਵਿੱਚ ਹੈ, ਇਸ ਕਰਕੇ ਮਿੱਠਾ ਹੈ। ਅਸਲੀ ਮੈਂ ਰੋਨੀ ਆ, ਗਾਉਣੀ ਨਹੀਂ। ਚੇਤਾ ਕਰਨਾ, ਛੋਟੇ ਬੱਚੇ ਦਾ ਜਿਹੜਾ ਰੋਣਾ ਵਾ ਨਾ, ਉਹ ਰੋਣਾ ਕੰਨਾਂ ਦੇ ਵਿੱਚ ਮਧੁਰਤਾ ਲੈ ਕੇ ਆਉਂਦਾ ਹੈ, ਕਿਉਂਕਿ ਉਸ ਰੋਣੇ ਵਿੱਚ ਵਿਛੋੜਾ ਹੈ, ਤੜਫ ਆ। ਛੋਟੇ ਬੱਚੇ ਦੇ ਰੋਣੇ ਵਿੱਚ ਕੀ ਹੈ? ਤੜਫ ਆ, ਵਿਛੋੜੇ ਦੀ। ਉਹਦੇ ਰੋਣੇ ਦੇ ਵਿੱਚ ਇੱਕ ਮਿਠਾਸ ਆ। ਹੁਣ ਜਿਹੜਾ ਸਾਡਾ ਰੋਣਾ ਵਾ ਨਾ, ਇਹ ਮਾਇਆ ਦਾ ਰੋਣਾ ਹੈ, ਸਵਾਰਥ ਦਾ ਰੋਣਾ ਹੈ, ਲਾਲਚ ਦਾ ਰੋਣਾ ਹੈ, ਇਸੇ ਕਰਕੇ ਸਾਡੇ ਰੋਣੇ ਵਿੱਚ ਤੜਫ ਨਹੀਂ ਹੈ। ਪ੍ਰੀਤਮ ਦੇ ਪਿਆਰ ਦੀ ਤੜਫ ਜਿੱਦਣ ਪੈਦਾ ਹੁੰਦੀ ਹੈ, ਜਿੱਦਣ ਉਹਦੀ ਯਾਦ ਆਉਂਦੀ ਹੈ, ਉਦਣ ਹਿਰਦੇ ਵਿੱਚ ਬੈਰਾਗ ਆਉਂਦਾ ਹੈ ਵੀ ਅੱਜ ਨਾ ਮੈਂ ਗੁਰੂ ਦੀ ਵਿਚਾਰ ਨਹੀਂ ਸੁਣੀ। ਸਾਰਾ ਦਿਨ ਇੱਕ ਜੀਵਨ ਦਾ ਪੱਖ ਅਧੂਰਾ ਜਿਹਾ ਨਜ਼ਰ ਆ ਰਿਹਾ ਹੈ। ਮੇਰੀ ਜ਼ਿੰਦਗੀ 'ਚ ਮੈਂ ਕਈ ਵਾਰੀ ਵੇਖਦਾ, ਜੇ ਨਿਤਨੇਮ ਨਾ ਹੋਵੇ ਜਾਂ ਇੱਕ ਦਿਨ ਵੀ ਕਿਤੇ ਵਿਚਾਰ ਤੋਂ ਅਧੂਰਾ ਹੋ ਜਾਵਾਂ ਨਾ, ਤੇ ਪਤਾ ਨਹੀਂ ਧਿਆਨ ਮੇਰਾ ਇੱਧਰ ਹੀ ਲੱਗਾ ਰਹਿੰਦਾ ਹੈ। ਮੈਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਸਤਿਗੁਰੂ ਜੀ ਨੇ ਮੈਨੂੰ ਆਪਣੇ ਇਸ ਜੀਵਨ ਦੇ ਵਿੱਚ, ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ, ਮੈਨੂੰ ਜਨਮ ਦਿੱਤਾ ਸਿੱਖਾਂ ਦੇ ਘਰਾਂ 'ਚ, ਤੇ ਸਭ ਤੋਂ ਵੱਡੀ ਗੱਲ ਮੇਰੀ ਜ਼ਿੰਮੇਵਾਰੀ, ਮੇਰੀ ਡਿਊਟੀ ਲਾਈ ਹੈ ਆਪਣੇ ਪ੍ਰਚਾਰਕ ਵਾਸਤੇ। ਇੰਨੀ ਕਰੋੜਾਂ ਦੁਨੀਆ ਦੇ ਵਿੱਚੋਂ ਮੈਨੂੰ ਚੁਣਿਆ। ਜਿਹੜੇ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਆ ਨਾ, ਮੈਂ ਕਹਿੰਦਾ ਹੁੰਦਾ ਸੱਚ ਜਾਣਿਓ, ਤੁਹਾਨੂੰ ਪ੍ਰਮਾਤਮਾ ਜੀ ਨੇ ਆਪ ਆਪਣੀ ਸਿਫਤ ਸਲਾਹ ਦੀ ਬੋਲੀ ਲੋਕਾਂ ਨੂੰ ਸੁਣਾਉਣ ਵਾਸਤੇ ਚੁਣਿਆ। ਜੇ ਸਾਨੂੰ ਚੁਣਿਆ ਵਾ ਨਾ, ਫਿਰ ਕੋਇਲ ਵਾਂਗੂ ਅਸੀਂ ਮੈਸੇਜ ਦਈਏ, ਕੋਇਲ ਵਰਗਾ ਸਾਡਾ ਸੁਨੇਹਾ ਹੋਵੇ, ਸਾਡੇ ਅੰਦਰ ਪ੍ਰੀਤਮ ਦੀ ਉਹ ਪਿਆਰ ਦੀ ਬੋਲੀ ਤੜਫਦੀ ਆਪਣੇ ਅੰਦਰ ਹੋਵੇ, ਲੋਕੀ ਸੁਣਨ ਤੇ ਜਿੰਨੇ ਜਿਹੜੇ ਵਿਛੜੇ ਨੇ ਉਹ ਵੀ ਜੁੜ ਜਾਣ। ਐਸੀ ਮਿੱਠੀ ਕੂਕ ਹੋਣੀ ਚਾਹੀਦੀ ਹੈ ਸਿੱਖ ਦੀ, ਜਿੰਨਾ ਮੇਰਾ ਪਿਆਰਾ, ਜਿੰਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਉ। ਜਿਨ੍ਹਾਂ ਸਤਸੰਗੀ ਸਹੇਲੀਆਂ ਨੇ ਪਿਆਰੇ ਪ੍ਰਭੂ ਨਾਲ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਮੈਂ ਲੱਗੀ ਫਿਰਦੀ ਹਾਂ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਤਰਲਾ ਲੈਨੀ ਆ, ਮਿਹਨਤ ਕਰਦੀ ਆ, ਬੇਨਤੀਆਂ ਕਰਦੀ ਆ, ਮਿੰਨਤਾਂ ਕਰਦੀ ਆ ਵੀ ਮੇਰੇ ਕੋਲ ਸਭ ਕੁਝ ਲੈ ਲਓ, ਪਰ ਮੇਰੇ ਅੰਦਰ ਮੇਰੇ ਪ੍ਰੀਤਮ ਨੂੰ ਮੇਰਾ ਮਿਲਾਪ ਕਰਵਾ ਦਿਓ, ਕਿਉਂਕਿ ਮੇਰੇ ਅੰਦਰ ਵੀ ਚਾਹ ਹੈ ਆਪਣੇ ਪ੍ਰਮਾਤਮਾ ਪਤੀ ਨੂੰ ਮਿਲਣ ਦਾ, ਤੇ ਮੈਨੂੰ ਕੋਈ ਉਸ ਮਿਲਾਪ ਦੇ ਰਸਤੇ ਤੇ ਤੋਰ ਦਵੇ। ਮੇਰੇ ਭਾਈ ਜਨ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹੇ ਮੇਰੇ ਭਰਾਵੋ, ਮੈਨੂੰ ਕੋਈ ਪਰਮਾਤਮਾ ਨਾਲ ਮਿਲਾ ਦਵੇ। ਜਿਨੀ ਹੋਂ ਸਤਿਗੁਰੂ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਪਰ ਗੁਰੂ ਤੋਂ ਬਿਨਾ ਹੋਰ ਕੋਈ ਵੀ ਮਿਲਾ ਨਹੀਂ ਸਕਦਾ। ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਨਾ ਹਾਂ, ਜਿਸ ਪ੍ਰਮਾਤਮਾ ਜਿਨੇ ਮੈਨੂੰ ਵਿਖਾਲ ਦਿੱਤਾ ਹੈ, ਮੇਰੇ ਜੀਵਨ ਨੂੰ ਮੇਰੇ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਹੈ। ਹਉ ਨਿਮਾਣੀ ਢਹਿ ਪਵਾਂ, ਪੂਰਾ ਸਤਿਗੁਰੂ ਪਾਸ। ਮੇਰਾ ਮਨ ਲੋਚਦਾ ਹੈ ਕਿ ਮੈਂ ਹੋਰ ਮਾਣ ਆਸਰੇ ਛੱਡ ਕੇ, ਅਹੰਗ ਛੱਡ ਕੇ, ਲੋਭ ਛੱਡ ਕੇ ਆਪਣੇ ਪੂਰੇ ਸਤਿਗੁਰੂ ਜੀ ਦੇ ਸ਼ਬਦ ਰੂਪੀ ਗਿਆਨ ਰੂਪੀ ਚਰਨਾਂ ਦੇ ਵਿੱਚ ਡਿੱਗ ਪਵਾਂ, ਨਿਮਰਤਾ ਭਰਪੂਰ ਅਰਦਾਸਾਂ ਕਰਾਂ ਕਿ ਹੇ ਸੱਚੇ ਗੁਰੂ ਜੀ, ਮੈਨੂੰ ਮੇਰੇ ਪ੍ਰੀਤਮ ਦੇ ਗੁਣ ਦੱਸੋ ਤੇ ਮੇਰੇ ਪ੍ਰੀਤਮ ਨਾਲ ਮਿਲਾ ਦਿਓ। ਕਿਉਂ? ਨਿਮਾਣਿਆ ਗੁਰੂ ਮਾਣ ਹੈ, ਜਿਨ੍ਹਾਂ ਦਾ ਕੋਈ ਨਹੀਂ ਨਾ, ਜਿਨ੍ਹਾਂ ਦਾ ਕੋਈ ਮਾਣ ਨਹੀਂ, ਉਹਨਾਂ ਦਾ ਮਾਣ ਗੁਰੂ ਹੈ। ਗੁਰੂ ਸਤਿਗੁਰੂ ਕਰੇ ਸ਼ਾਬਾਸ਼। ਗੁਰੂ ਉਹਨਾਂ ਦਾ ਮਾਣ ਆਸਰਾ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ। ਨਿਮਾਣਿਆਂ ਨੂੰ ਗੁਰੂ ਦਿਲਾਸਾ ਦਿੰਦਾ ਹੈ, ਪਿਆਰ ਦਿੰਦਾ ਹੈ। ਹਉ ਗੁਰ ਸਾਲਾਹੇ ਨਾ ਰੱਜੂ, ਮੈਂ ਮੇਲੇ ਹਰ ਪ੍ਰਭ ਪਾਸ। ਗੁਰੂ ਜੀ ਦੀਆਂ ਵਡਿਆਈਆਂ ਕਰ ਕਰਕੇ
ਮੇਰਾ ਮਨ ਰੱਜਦਾ ਨਹੀਂ, ਜੀ ਕਰਦਾ ਕਰੀ ਜਾਵਾਂ। ਗੁਰੂ ਮੈਨੂੰ ਮੇਰੇ ਪਾਸ ਹੀ ਵਸਦਾ, ਪਰਮਾਤਮਾ ਮਿਲਾਉਣ ਦੇ ਸਮਰੱਥ ਹੈ ਜੋ ਮੇਰੇ ਨਾਲ ਆ। ਪਰਮਾਤਮਾ ਜੋ ਮੇਰੇ ਅੰਗ ਸੰਗ ਹੈ, ਹੁਣ ਮੇਰੇ ਗੁਰੂ ਜੀ ਨੇ ਮੈਨੂੰ ਉਹ ਮੇਰਾ ਪ੍ਰੀਤਮ ਵਿਖਲਾ ਦਿੱਤਾ ਹੈ। ਜਿਹਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ, ਉਹ ਮੈਨੂੰ ਆਪਣੇ ਹਿਰਦੇ ਦੇ ਅੰਦਰੋਂ ਦਿਸਣ ਲੱਗ ਪਿਆ ਹੈ। ਸਤਿਗੁਰ ਨੋ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਸਭ ਕਹਿੰਦੇ ਜਿਤਨਾ ਇਹ ਸੰਸਾਰ ਆ ਨਾ, ਹਰੇਕ ਜੀਵ ਸੱਚੇ ਗੁਰੂ ਨੂੰ ਮਿਲਣ ਦੀ ਤਾਂਘ ਰੱਖਦਾ ਹੈ, ਕਿਉਂਕਿ ਸੱਚੇ ਗੁਰੂ ਦੇ ਮਿਲਾਪ ਤੋਂ ਬਿਨਾਂ ਸੱਚ ਦਾ ਗਿਆਨ ਮਿਲ ਹੀ ਨਹੀਂ ਸਕਦਾ। ਸੱਚ ਦੇ ਗਿਆਨ ਨੂੰ ਹਾਸਲ ਕਰਨ ਵਾਸਤੇ ਸੱਚੇ ਗੁਰੂ ਨਾਲ ਸਾਂਝ ਪਾਉਣੀ ਬੜੀ ਜ਼ਰੂਰੀ ਹੈ। ਜਿੱਦਣ ਸੱਚੇ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ, ਸਤਿਗੁਰ ਦਾ ਇੱਕ ਇੱਕ ਅੱਖਰ ਗੁਰਬਾਣੀ ਦਾ, ਇੱਕ ਇੱਕ ਅੱਖਰ ਗੁਰੂ ਸ਼ਬਦ ਦਾ ਸਾਡੇ ਅੰਦਰੋਂ ਪਿਆਰ ਸੱਚ ਨੂੰ ਉਜਾਗਰ ਕਰਦਾ ਹੈ, ਵਿਕਾਰਾਂ ਨੂੰ ਖਤਮ ਕਰਦਾ ਹੈ। ਤੇ ਜਿੱਦਣ ਇਹ ਵਿਕਾਰ ਵਸ ਵਿੱਚ ਆਉਣ ਲੱਗਦੇ ਨੇ, ਅੰਦਰ ਸ਼ੁਭ ਗੁਣਾਂ ਦਾ ਪ੍ਰਗਟਾਵਾ ਹੋਣ ਲੱਗਦਾ ਹੈ, ਪ੍ਰੀਤਮ ਪਰਮਾਤਮਾ ਨੇੜੇ ਆਉਣ ਲੱਗ ਪੈਂਦਾ ਹੈ, ਨਜ਼ਰ ਆਉਣ ਲੱਗ ਪੈਂਦਾ ਹੈ, ਅੰਦਰੋਂ ਅਗਿਆਨਤਾ ਦਾ ਅੰਧੇਰਾ ਮਿਟਣ ਲੱਗ ਪੈਂਦਾ ਹੈ, ਤੇ ਸੱਚ, ਪ੍ਰੇਮ, ਨਿਰਮਲਤਾਈ ਹਿਰਦੇ ਵਿੱਚ ਆਉਣ ਲੱਗ ਪੈਂਦੀ ਹੈ। ਤੇ ਸਮਝ ਲੈਣਾ ਪ੍ਰੀਤਮ ਦੇ ਵੱਲ ਨੂੰ ਕਦਮ ਤੁਰਨ ਲੱਗ ਪਏ ਆ, ਨਿਰੰਕਾਰ ਕੇ ਦੇਸ਼ ਵੱਲ ਨੂੰ ਕਦਮ ਤੁਰਨ ਲੱਗ ਪਏ ਆ। ਸਤਿਗੁਰ ਨੋ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਸਭ ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਸੱਚ ਦੀ ਗੁਰੂ ਜੀ ਦੀ ਦਾਤ ਸਾਰਿਆਂ ਵਾਸਤੇ ਹੈ। ਇਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸਤਿਗੁਰੂ ਜੀ ਨੇ ਕੋਈ ਵੀ ਚੀਜ਼ ਲੁਕਾ ਕੇ ਨਹੀਂ ਰੱਖੀ। ਇਹ ਨਹੀਂ ਆਖਿਆ ਕਿ ਭਾਈ ਇਹ ਖਾਸ ਫਿਰਕੇ ਵਾਸਤੇ ਹੈ ਜਾਂ ਇਹ ਖਾਸ ਕਿਸੇ ਜਾਤ ਵਾਸਤੇ ਹੈ। ਸਤਿਗੁਰੂ ਨੇ ਸਾਰਿਆਂ ਵਾਸਤੇ ਖੁੱਲ੍ਹਾ ਸੱਦਾ ਦੇ ਦਿੱਤਾ, ਆਓ ਰਲ ਮਿਲ ਕੇ ਗੁਰੂ ਜੀ ਦੇ ਗਿਆਨ ਨੂੰ ਹਾਸਲ ਕਰੀਏ, ਪ੍ਰੀਤਮ ਨੂੰ ਜਾਣੀਏ। ਪਰ ਸਭ ਕਹਿੰਦੇ ਹੈਰਾਨ ਆ, ਗੁਰੂ ਜੀ ਦੇ ਕੋਲ ਬਹਿ ਕੇ ਵੀ ਜਿਹੜੇ ਸਤਿਗੁਰੂ ਜੀ ਦੇ ਕੋਲੋਂ ਗਿਆਨ ਨਹੀਂ ਲੈ ਪਾ ਰਹੇ, ਗੁਰੂ ਜੀ ਦੇ ਸਨਮੁਖ ਰਹਿ ਕੇ ਵੀ ਗੁਰੂ ਦੀ ਮੱਤ ਤੇ ਨਹੀਂ ਤੁਰ ਪਾ ਰਹੇ, ਸਭ ਕਹਿੰਦੇ ਮੈਂ ਤੇ ਇਹੀ ਕਵਾਂਗਾ ਉਹਨਾਂ ਦੇ ਭਾਗ ਹੀ ਮਾੜੇ ਨੇ। ਕਿਉਂਕਿ ਇਹ ਤੋਂ ਵੱਡੇ ਭਾਗ ਕੀ ਹੋਣਗੇ ਕਿ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਗੁਰੂ ਮਿਲਿਆ ਹੋਵੇ, ਤੇ ਜੇ ਉਹ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਾ ਲੱਗ ਸਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦੇ ਨਾਲ ਆਪਣੇ ਜੀਵਨ ਨੂੰ ਜੋੜ ਨਾ ਸਕੇ, ਤਾਂ ਵੀ ਭਟਕਦਾ ਫਿਰੇ, ਤਾਂ ਵੀ ਪਖੰਡੀਆਂ ਦੇ ਕੋਲ ਜਾਵੇ, ਜੋਤਸ਼ੀਆਂ ਦੇ ਕੋਲ ਹੱਥ ਵਿਖਾਵੇ, ਕਰਵਾ ਚੌਥ ਵਰਗੇ ਵਰਤ ਰੱਖਦਾ ਫਿਰੇ, ਇਹਦਾ ਮਤਲਬ ਇਹ ਹੈ ਕਿ ਇਹਦੇ ਭਾਗ ਹੀ ਮੰਦੇ ਨੇ। ਇਹ ਸੱਚ ਸੁਣਨਾ ਹੀ ਨਹੀਂ ਚਾਹੁੰਦਾ। ਐਸਿਆਂ ਨੂੰ ਸੱਚ ਜਾਣਿਓ, ਗੁਰੂ ਦੇ ਕੋਲ ਬਹਿ ਕੇ ਵੀ ਗੁਰੂ ਦਾ ਗਿਆਨ ਨਹੀਂ ਮਿਲਦਾ, ਦਰਸ਼ਨ ਨਾ ਥੀਐ। ਉਹਨਾਂ ਨੂੰ ਸੱਚ ਦਾ ਗਿਆਨ ਗੁਰੂ ਜੀ ਦੇ ਕੋਲ ਬਹਿ ਕੇ ਵੀ ਨਹੀਂ ਮਿਲਦਾ, ਕਿਉਂਕਿ ਉਹਨਾਂ ਦੀਆਂ ਅੱਖਾਂ ਮਾਇਆ ਦੇ ਨਾਲ ਬੱਝੀਆਂ ਪਈਆਂ ਨੇ, ਕੰਨ ਬੋਲੇ ਹੋਏ ਪਏ ਨੇ। ਭਾਗਹੀਣ ਬਹਿ ਰੋਏ। ਤੇ ਆਖਰ ਇੱਕ ਦਿਨ ਐਸੇ ਮਨੁੱਖ ਧਾਹਾਂ ਮਾਰ ਮਾਰ ਕੇ ਰੋਂਦੇ ਨੇ, ਕਿਉਂਕਿ ਇਹਨਾਂ ਦੇ ਜੀਵਨ ਦੇ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ, ਸਭ ਕੁਝ ਗਵਾ ਲੈਂਦੇ ਨੇ, ਵਿਕਾਰ ਸਭ ਕੁਝ ਲੁੱਟ ਲੈਂਦੇ ਨੇ ਤੇ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੰਦੇ ਨੇ। ਜੋ ਹਰ ਪ੍ਰਭ ਭਾਣਾ ਸੋਥੀਆ, ਤੁਰ ਲਿਖਿਆ ਨਾ ਮਿਟੈ ਕੋਏ। ਸਭ ਕਹਿੰਦੇ ਇੱਕ ਗੱਲ ਚੇਤੇ ਰੱਖਿਓ, ਤੁਸੀਂ ਜਿੰਨੇ ਮਰਜ਼ੀ ਮਾਇਆ ਦੀ ਦੌੜ ਦੇ ਵਿੱਚ ਦੌੜਨ ਦਾ ਯਤਨ ਕਰੋ, ਜਿੰਨਾ ਮਰਜ਼ੀ ਤੁਸੀਂ ਇਹ ਸੋਚੋ ਕਿ ਸ਼ਾਇਦ ਤੁਹਾਡੇ ਦੌੜ ਦੇ ਨਾਲ ਤੁਹਾਡੇ ਲਾਲਚ ਪੂਰਾ ਹੋ ਜਾਵੇਗਾ, ਇੱਕ ਗੱਲ ਚੇਤੇ ਰੱਖ ਲਓ, ਜੋ ਪ੍ਰਮਾਤਮਾ ਨੇ ਲਿਖ ਦਿੱਤਾ ਉਹੀ ਮਿਲਣਾ ਹੈ, ਨਾ ਉਹ ਤੋਂ ਵੱਧ ਨਾ ਘੱਟ। ਇੱਕ ਚੀਜ਼ ਹੈ ਜਿਹੜੀ ਤਰਲੇ ਪਦਾਰਥ ਮਨੁੱਖ ਦੇ ਜੀਵਨ ਦੇ ਵਿੱਚ, ਜਿੱਦਣ ਮੈਂ ਜਨਮ ਲਿਆ ਸੀ ਨਾ, ਉਦਣ ਮੇਰੀ ਮਾਂ ਨੇ ਮੇਰੇ ਵਾਸਤੇ ਦੁੱਧ ਦਾ ਪ੍ਰਬੰਧ ਕੀਤਾ। ਅੱਜ ਵੀ ਰੱਬ ਰਿਜ਼ਕ ਦਾ ਪ੍ਰਬੰਧ ਕਰ ਰਿਹਾ ਹੈ। ਜਿਨ੍ਹਾਂ ਦੀਆਂ ਮਾਵਾਂ ਬਚਪਨ ਦੇ ਵਿੱਚ ਮਰ ਜਾਂਦੀਆਂ ਨਾ, ਜਿਨ੍ਹਾਂ ਦੇ ਬਾਪ ਮਰ ਜਾਂਦੇ ਆ, ਉਹਨਾਂ ਦੀ ਵੀ ਬਾਂਹ ਫੜ ਲੈਂਦੇ ਆ ਗੁਰੂ। ਧੰਨ ਗੁਰੂ ਰਾਮਦਾਸ ਸਾਹਿਬ। ਸੱਚਿਆ ਪਾਤਸ਼ਾਹ, ਤੂੰ ਆਪਣੇ ਜੀਵਨ ਦੇ ਵਿੱਚ ਪ੍ਰਤੱਖ ਉਦਾਹਰਨ ਦੇ ਕੇ ਵਿਖਾਈ,
ਮਾਂ ਬਚਪਨ ਦੇ ਵਿੱਚ ਜਨਮ ਦੇ ਕੇ ਚੜ੍ਹਾਈ ਕਰ ਗਈ, ਪਿਤਾ ਜੀ ਚੜ੍ਹਾਈ ਕਰ ਗਏ, ਨਾਨੀ ਨੇ ਪਾਲਿਆ, ਘੁੰਗਣੀਆਂ ਵੇਚਦੇ ਰਹੇ ਭਾਈ ਜੇਠਾ ਜੀ। ਇੱਕ ਦਿਨ ਐਸੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਹੋਏ, ਗੁਰੂ ਨਾਨਕ ਦੇ ਘਰ ਦੀਆਂ ਜ਼ਿੰਮੇਵਾਰੀਆਂ ਸਮਝੀਆਂ, ਸੱਚ ਦੇ ਰਸਤੇ ਤੇ ਤੁਰੇ, ਗੁਰੂ ਦੀ ਮੱਤ ਤੇ ਗੁਰੂ ਦੇ ਗਿਆਨ ਦਾ ਪ੍ਰਗਾਸ਼ ਹੋਇਆ, ਸੱਚ ਜੀਵਨ ਦੇ ਵਿੱਚ ਵਸਿਆ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਸਿੱਖੀ ਦਾ ਚੌਥਾ ਪਾਤਸ਼ਾਹ, ਸਿੱਖੀ ਦਾ ਚੌਥਾ ਗੁਰੂ, ਸਿੱਖੀ ਦਾ ਚੌਥਾ ਸਿਧਾਂਤਕ ਵਿਚਾਰਾਂ ਲੋਕਾਂ ਤੱਕ ਪ੍ਰਚਾਰ ਤੇ ਵਿਚਾਰ ਦੀ ਜ਼ਿੰਮੇਵਾਰੀ ਰੱਖਣ ਵਾਲਾ ਧੰਨ ਗੁਰੂ ਰਾਮਦਾਸ ਸਾਹਿਬ ਬਣਾ ਕੇ ਤਖਤੇ ਹਕੀਕਤ ਉੱਪਰ ਸੁਸ਼ੋਭਿਤ ਕਰ ਦਿੱਤਾ। ਉਸ ਦਿਨ ਸੱਤੇ ਬਲਵੰਡ ਜੀ ਨੇ ਇੱਕ ਗੱਲ ਕਹੀ, ਕਹਿੰਦੇ ਦੁਨੀਆ ਪੁੱਛਦੀ ਆ ਨਾ ਜਗਤ ਵਿੱਚ ਕਰਾਮਾਤ ਕੀ ਹੈ। ਕਹਿੰਦੇ ਅੱਜ ਮੈਂ ਤੁਹਾਨੂੰ ਦੱਸਦਾ ਕਿ ਦੁਨੀਆ ਵਿੱਚ ਕਰਾਮਾਤ ਕੀ ਹੈ। ਕਹਿੰਦੇ ਕਰਾਮਾਤ ਅੱਜ ਸੁਣੋ ਧਿਆਨ ਲਾ ਕੇ, ਇਹ ਤੋਂ ਵੱਡੀ ਕਰਾਮਾਤ ਕੀ ਹੋਊਗੀ ਕਿ ਜਿਨ ਸਿਰਿਆ ਤਿਨੇ ਸਵਾਰਿਆ। ਜਿਸ ਕਿਸੇ ਨੂੰ ਕਿਸੇ ਦਾ ਉਸਤਾਦ ਸਵਾਰਦਾ ਹੈ, ਕਿਸੇ ਨੂੰ ਕਿਸੇ ਦੀ ਮਾਂ ਸਵਾਰਦੀ ਹੈ, ਕਿਸੇ ਨੂੰ ਕਿਸੇ ਦਾ ਪਿਤਾ ਸਵਾਰਦਾ, ਉਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਮਾਂ ਬਚਪਨ ਦੇ ਵਿੱਚ ਚੜ੍ਹਾਈ ਕਰ ਗਈ, ਕੋਈ ਨੇੜੇ ਨਹੀਂ ਆਇਆ, ਕਿਸੇ ਨੇ ਹੱਥ ਨਹੀਂ ਫੜਿਆ, ਪਰ ਧੰਨ ਪ੍ਰਮਾਤਮਾ ਤੂੰ ਆਪ ਹੀ ਗੁਰੂ ਰਾਮਦਾਸ ਸਾਹਿਬ ਨੂੰ ਪੈਦਾ ਕੀਤਾ, ਆਪ ਹੀ ਸਵਾਰ ਕੇ ਸ਼ਿੰਗਾਰ ਕੇ ਸਿੱਖਿਆ ਗੁਰਮਤਿ ਦੀ ਦੇ ਕੇ ਉਹਨੂੰ ਸੋਢੀ ਸੁਲਤਾਨ ਬਣਾ ਕੇ ਰੱਖ ਦਿੱਤਾ। ਇਹ ਸੱਚ ਜੇ ਜਿਹੜਾ ਪ੍ਰਮਾਤਮਾ ਦੇ ਦੱਸੇ ਹੁਕਮ ਤੇ ਤੁਰਦਾ ਨਾ, ਪ੍ਰਮਾਤਮਾ ਪਾਤਸ਼ਾਹੀਆਂ ਉਹਦੀਆਂ ਝੋਲੀ 'ਚ ਪਾ ਦਿੰਦਾ। ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮਿਟੈ ਕੋਏ। ਤੇ ਜਿਹੜਾ ਭਗਤ ਆ ਨਾ ਉਹ ਹਰ ਵਕਤ ਪ੍ਰਮਾਤਮਾ ਦੇ ਭਾਣੇ ਤੇ ਹੁਕਮ ਦੇ ਵਿੱਚ ਤੁਰਦਾ ਹੈ, ਕਿਉਂਕਿ ਉਹਨੂੰ ਸਮਝ ਪੈ ਗਈ ਹੈ ਜੋ ਮਿਲਣਾ ਹੈ ਉਹ ਮਿਲ ਕੇ ਰਹਿਣਾ ਹੈ। ਫਿਰ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਹੀ ਤੁਰਨਾ, ਕਿਉਂਕਿ ਜੋ ਲਿਖ ਦਿੱਤਾ ਹੈ ਰੱਬ ਨੇ ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ। ਆਪੇ ਸਤਿਗੁਰੂ ਆਪ ਹਰ ਆਪੇ ਮੇਲ ਮਿਲਾਏ। ਪਰਮਾਤਮਾ ਆਪ ਹੀ ਸਤਿਗੁਰੂ ਮਿਲਾਉਂਦਾ ਹੈ, ਆਪ ਹੀ ਸੱਚੇ ਗੁਰੂ ਦੇ ਰਾਹੀਂ ਆਪਣੇ ਆਪ ਦੇ ਚਰਨਾਂ ਵਿੱਚ ਸਾਡੀਆਂ ਵਿਛੜੀਆਂ ਰੂਹਾਂ ਨੂੰ ਵਸਾ ਲੈਂਦਾ ਹੈ। ਅਰਦਾਸ ਹੈ ਸੱਚੇ ਗੁਰੂ ਦੇ ਗਿਆਨ ਦੀ ਸਮਝ ਆਉਣ ਲੱਗ ਪਵੇ। ਜਿਵੇਂ ਜਿਵੇਂ ਗੁਰੂ ਜੀ ਦਾ ਗਿਆਨ ਸਮਝ ਆਉਂਦਾ ਹੈ, ਅਗਿਆਨਤਾ ਮਿਟਦੀ ਹੈ, ਅੰਦਰ ਦੇ ਨੇਤਰ ਗਿਆਨ ਦੇ ਖੁੱਲ੍ਹਦੇ ਨੇ ਤੇ ਮਾਨਵਤਾ ਵਿੱਚ ਵਸਦਾ ਪ੍ਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ। ਆਪ ਦਇਆ ਕਰ ਮੇਲਸੀ ਗੁਰੂ ਸਤਿਗੁਰੂ ਪੀਛੇ ਪਾਏ। ਕਰ ਆਪ ਦਇਆ ਕਰ ਮੇਲਸੀ। ਅਹੰਗ ਨਾ ਮਨ ਚ ਆ ਜਾਵੇ ਕਿਤੇ ਮੈਂ ਆਪਣੀ ਸਿਆਣਪ ਨਾ ਪਾਇਆ। ਫਿਰ ਗੁਰੂ ਜੀ ਪਿਆਰ ਨਾਲ ਅਰਦਾਸ ਕਰਦੇ ਨੇ, ਹੇ ਮੇਰੇ ਪ੍ਰਮਾਤਮਾ ਜੀ, ਇਹ ਤੁਸੀਂ ਦਇਆ ਕੀਤੀ ਹੈ, ਤੁਸੀਂ ਤਰੁੱਠੇ ਹੋ, ਤੁਸੀਂ ਪਿਆਰ ਕੀਤਾ ਹੈ। ਇਸ ਜੀਵਨ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਸ਼ਰਾਬਾਂ ਪੀਂਦੇ ਫਿਰਦੇ ਨੇ, ਠੱਗੀਆਂ ਲੁਟੇਰਿਆਂ ਕਰਦੇ ਫਿਰਦੇ ਨੇ, ਉਹਨਾਂ 'ਚ ਚੁਣਿਆ ਹੈ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ, ਗਿਆਨ ਦੇ ਦਿੱਤਾ ਹੈ। ਇਹ ਤੇਰੀ ਦਇਆ ਬਣੀ ਹੈ, ਤੂੰ ਆਪਣੀ ਦਇਆ ਕੀਤੀ ਹੈ ਕਿ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਗੁਰੂ ਸਤਿਗੁਰੂ ਪਿੱਛੇ ਪਾਏ ਤੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪੀ ਸੱਚੇ ਗੁਰੂ ਜੀ ਦੇ ਲੜ ਸਾਨੂੰ ਲਾ ਦਿੱਤਾ ਹੈ, ਜਿਸ ਗੁਰੂ ਜੀ ਦੀ ਮਿਹਰ ਦੇ ਨਾਲ ਅਸੀਂ ਤੈਨੂੰ ਮਿਲਣ ਦੇ ਸਮਰੱਥ ਹੋਏ ਹਾਂ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੈ ਸਮਾਏ। ਸਭ ਹਰ ਥਾਂ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਜਗ ਗੱਗੇ ਨੂੰ ਸਿਹਾਰੀ ਹੈ, ਜਗਤ ਵਿੱਚ ਆਪ ਹੈ, ਉਹ ਆਪ ਹੀ ਹੈ। ਹੇ ਨਾਨਕ ਜਗਤ ਦੇ ਜੀਵਨ ਦਾ ਸਹਾਰਾ ਪਰਿਪੂਰਨ ਪਰਮਾਤਮਾ ਜਗਤ ਵਿੱਚ ਹਰ ਥਾਂ ਆਪ ਹੀ ਹੈ, ਆਪ ਹੀ ਹੈ। ਸਾਰੇ ਜੀਵਨ ਦੇ ਵਿੱਚ ਉਹ ਵਸਿਆ ਹੋਇਆ ਹੈ। ਨਾਨਕ ਜਲ ਜਲੇ ਸਮਾਏ। ਇਵੇਂ ਹੀ ਫਿਰ ਉਹ ਪਰਮਾਤਮਾ ਪਿਆਰ ਕਰਦਾ ਹੈ। ਸੱਚੇ ਗੁਰੂ ਦੀ ਜਦੋਂ ਜੀਵਨ 'ਚ ਸਾਂਝ ਬਣਦੀ ਹੈ, ਗੁਰੂ ਸ਼ਬਦ ਵਿੱਚੋਂ ਪਰਮਾਤਮਾ ਨਜ਼ਰ ਆਉਂਦਾ ਹੈ ਤੇ ਸਾਰਿਆਂ ਦੇ ਵਿੱਚ ਫਿਰ ਉਹ ਪਰਮਾਤਮਾ ਵਸਦਾ ਜਦੋਂ ਨਜ਼ਰ ਆਉਣ ਲੱਗ ਪੈਂਦਾ ਹੈ। ਫਿਰ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ, ਇਵੇਂ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਫਿਰ ਆਤਮਾ ਪਰਮਾਤਮਾ ਇੱਕੋ ਕਰੇ, ਆਤਮਾ ਪਰਮਾਤਮਾ ਦਾ ਹੀ ਰੂਪ ਬਣ ਜਾਂਦੀ ਹੈ। ਸੋ ਅੱਜ ਦੇ ਪਾਵਨ ਸ਼ਬਦ ਵਿੱਚ 68 ਨੰਬਰ ਸ਼ਬਦ ਸ਼੍ਰੀ ਰਾਗ ਦਾ,
ਜਿਹਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਮਿਹਨਤ ਕਰਨ ਦਾ, ਜੋਦੜੀ ਕਰਨ ਦਾ, ਅਰਦਾਸ ਕਰਨ ਦਾ ਤਰੀਕਾ ਦੱਸਿਆ ਕਿ ਅਸੀਂ ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਇਸ ਆਤਮਾ ਨੂੰ ਪ੍ਰੀਤਮ ਪ੍ਰਮਾਤਮਾ ਨਾਲ ਮਿਲਾਉਣਾ ਹੈ, ਕਿਵੇਂ ਵਾਹਿਗੁਰੂ ਜੀ ਦੇ ਅੱਗੇ ਆਪਣੀ ਜੋਦੜੀ, ਆਪਣੀ ਮਿਹਨਤ ਰੱਖਣੀ ਹੈ। ਇਹ ਸਾਰੀ ਦੀ ਸਾਰੀ ਕਥਾ ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਮਝਾਈ ਹੈ। ਸਤਿਗੁਰੂ ਕਿਰਪਾ ਕਰਨ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼ ਸਾਡੇ ਜੀਵਨ ਵਿੱਚ ਵਸ ਜਾਵੇ, ਅਸੀਂ ਗੁਰੂ ਜੀ ਦੇ ਦੱਸੇ ਰਾਹ 'ਤੇ ਚੱਲਣ ਲੱਗ ਪਈਏ। ਮੈਂ ਬਾਰ-ਬਾਰ ਕਹਿੰਦਾ, ਬੜਿਆਂ ਭਾਗਾਂ ਵਾਲੇ ਹਾਂ ਜੀ, ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਆਉਣ ਲੱਗ ਪਈ ਹੈ। ਜਿਹਨੂੰ ਸਮਝ ਆਉਣ ਲੱਗ ਪਵੇ ਨਾ ਗੁਰਬਾਣੀ ਦੀ ਵਿਚਾਰ ਤੇ ਸਮਝ ਲੈਣਾ, ਉਹ ਬਹੁਤ ਭਾਗਾਂ ਵਾਲਾ ਹੈ ਕਿ ਉਹਨੂੰ ਗੁਰੂ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਮਝ ਆਉਣ ਲੱਗ ਪਈ ਹੈ ਤੇ ਪਰਮਾਤਮਾ ਦੇ ਨਾਲ ਪਿਆਰ ਬਣਨ ਲੱਗ ਪਿਆ ਹੈ। ਗੁਰੂ ਕਿਰਪਾ ਕਰੇ, ਕਿਰਪਾ ਕਰੇ ਇਹ ਜੀਵਨ ਸੱਚ ਦੇ ਰਾਹ 'ਤੇ ਤੁਰ ਪਵੇ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਨੇ, ਉਚਾਰਨ ਪੱਖੋਂ ਹੁੰਦੀਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਰੋਜ਼ਾਨਵਾਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।